ਪਿਆਰੇ ਬੱਚਿਓ, 8ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਵਿੱਚ ਪਾਠ ਇਸਤਰੀਆਂ ਅਤੇ ਸੁਧਾਰ ਕਾਫੀ ਦਿਨਾਂ ਤੋਂ ਆਪਾਂ ਕਰਦੇ ਆ ਰਹੇ ਹਾਂ। ਇਹਦੇ ਵਿੱਚ ਹੀ ਅੱਜ ਦੀ ਵੀ 6 ਅਕਤੂਬਰ ਦੀ ਡੇਲੀ ਡੋਜ਼ ਇਸੇ ਸੰਬੰਧ ਵਿੱਚ ਆਈ ਆ। ਪਾਠ 17ਵਾਂ ਆ 8ਵੀਂ ਕਲਾਸ ਦਾ। ਸੁਧਾਰ ਅੰਦੋਲਨਾਂ ਦਾ ਪ੍ਰਭਾਵ। ਸੁਧਾਰਕ ਅੰਦੋਲਨ ਕਾਹਦੇ ਵਾਸਤੇ? ਇਸਤਰੀਆਂ ਦੀ ਹਾਲਤ ਨੂੰ ਸੁਧਾਰਨ ਵਾਸਤੇ ਸਮਾਜ ਸੁਧਾਰਕਾਂ ਨੇ ਬਹੁਤ ਸਾਰੇ ਯਤਨ ਕੀਤੇ। ਜੋ ਸਮਾਜਿਕ ਅੰਦੋਲਨ ਸੁਧਾਰ ਅੰਦੋਲਨ ਉਹਨਾਂ ਨੇ ਚਲਾਏ, ਉਹਨਾਂ ਦਾ ਕੀ ਪ੍ਰਭਾਵ ਪਿਆ, ਉਹਦੇ ਬਾਰੇ ਆ। ਭਾਰਤੀ ਸੁਧਾਰਕਾਂ ਦੇ ਯਤਨਾਂ ਕਾਰਨ ਸਰਕਾਰ ਨੇ ਬੁਰਾਈਆਂ 'ਤੇ ਕਾਨੂੰਨੀ ਤੌਰ 'ਤੇ ਪਾਬੰਦੀ ਲਗਾ ਦਿੱਤੀ। ਇਸਤਰੀਆਂ ਦੀ ਦਸ਼ਾ ਸੁਧਾਰਨ ਵਿੱਚ ਇਹਨਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ। 1795 ਈਸਵੀ ਅਤੇ 1804 ਈਸਵੀ ਵਿੱਚ ਕਾਨੂੰਨ ਪਾਸ ਕਰਕੇ ਕੰਨਿਆ ਦੀ ਹੱਤਿਆ ਕਰਨ 'ਤੇ ਪਾਬੰਦੀ ਲਗਾ ਦਿੱਤੀ। 1829 ਈਸਵੀ ਵਿੱਚ ਲਾਰਡ ਵਿਲੀਅਮ ਬੈਂਟਿਕ ਨੇ ਕਾਨੂੰਨ ਰਾਹੀਂ ਸਤੀ ਪ੍ਰਥਾ 'ਤੇ ਪਾਬੰਦੀ ਲਗਾ ਦਿੱਤੀ। ਸਰਕਾਰ ਨੇ 1843 ਈਸਵੀ ਵਿੱਚ ਇੱਕ ਕਾਨੂੰਨ ਪਾਸ ਕਰਕੇ ਭਾਰਤ ਵਿੱਚ ਦਾਜ ਪ੍ਰਥਾ ਖਤਮ ਕਰ ਦਿੱਤੀ। ਬੰਗਾਲ ਦੇ ਮਹਾਨ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਯਤਨਾਂ ਨਾਲ 1856 ਈਸਵੀ ਵਿੱਚ ਵਿਧਵਾ ਪੁਨਰ ਵਿਆਹ ਨੂੰ ਕਾਨੂੰਨ ਦੁਆਰਾ ਮਾਨਤਾ ਦੇ ਦਿੱਤੀ ਗਈ। ਸਰਕਾਰ ਨੇ 1860 ਈਸਵੀ ਵਿੱਚ ਇੱਕ ਕਾਨੂੰਨ ਪਾਸ ਕਰਕੇ ਲੜਕੀਆਂ ਲਈ ਵਿਆਹ ਦੀ ਉਮਰ ਘੱਟ ਤੋਂ ਘੱਟ 10 ਸਾਲ ਨਿਸ਼ਚਿਤ ਕੀਤੀ। 1929 ਵਿੱਚ ਸ਼ਾਰਦਾ ਐਕਟ ਅਨੁਸਾਰ ਲੜਕੀਆਂ ਦੇ ਵਿਆਹ ਕਰਨ ਲਈ ਘੱਟੋ ਘੱਟ 16 ਸਾਲ ਅਤੇ ਲੜਕੀਆਂ ਲਈ 14 ਸਾਲ ਦੀ ਉਮਰ ਨਿਸ਼ਚਿਤ ਕੀਤੀ ਗਈ। ਬਾਅਦ ਵਿੱਚ ਇਹ ਉਮਰ 21 ਸਾਲ ਤੇ 18 ਸਾਲ ਕਰ ਦਿੱਤੀ ਗਈ। 1872 ਈਸਵੀ ਵਿੱਚ ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ ਅੰਤਰਜਾਤੀ ਵਿਆਹ ਕਰਾਉਣ ਦੀ ਪ੍ਰਵਾਨਗੀ ਦਿੱਤੀ। ਬੱਚਿਓ, ਅੰਤਰਜਾਤੀ ਵਿਆਹ ਕੀ ਹੁੰਦੇ ਆ? ਜਿਵੇਂ ਕੋਈ ਮੰਨ ਲਓ ਕੋਈ ਜੱਟ ਆ, ਉਹ ਕਿਸੇ ਆਧਰਮੀ ਨਾਲ ਵਿਆਹ ਕਰ ਲੈਂਦਾ ਆ, ਜਾਂ ਕੋਈ ਹਿੰਦੂ ਜਾਤ ਦਾ ਬੰਦਾ ਕੋਈ ਸਿੱਖ ਧਰਮ ਵਿੱਚ ਵਿਆਹ ਕਰ ਲੈਂਦਾ ਆ। ਇਸ ਤਰ੍ਹਾਂ ਇਹਦੇ ਵਿਆਹ ਨੂੰ ਅੰਤਰਜਾਤੀ ਵਿਆਹ ਕਿਹਾ ਜਾਂਦਾ ਹੈ। 1854 ਈਸਵੀ ਦੇ ਵੁੱਡ ਡਿਸਪੈਚ ਵਿੱਚ ਇਸਤਰੀਆਂ ਦੀ ਸਿੱਖਿਆ 'ਤੇ ਜ਼ੋਰ ਦਿੱਤਾ ਗਿਆ। ਸੋ ਇਹ ਸਮਾਜ ਸੁਧਾਰ ਕਰਨ ਲਈ ਯਤਨ ਕੀਤੇ ਗਏ। ਅੱਗੇ ਪ੍ਰਸ਼ਨ ਹੈਗੇ 1 ਤੋਂ 15 ਸ਼ਬਦਾਂ ਵਿੱਚ ਇਹਨਾਂ ਦੇ ਆਨਸਰ ਦੇ ਨੇ। ਸੁਧਾਰ ਅੰਦੋਲਨ ਦਾ ਕੀ ਪ੍ਰਭਾਵ ਰਿਹਾ? ਭਾਰਤੀ ਸੁਧਾਰਕਾਂ ਨੇ ਯਤਨਾਂ ਕਾਰਨ ਸਰਕਾਰ ਨੇ ਬੁਰਾਈਆਂ ਜਿਵੇਂ ਕੰਨਿਆ ਦੀ ਹੱਤਿਆ, ਸਤੀ ਪ੍ਰਥਾ, ਦਾਜ ਪ੍ਰਥਾ, ਬਹੁ ਵਿਆਹ 'ਤੇ ਕਾਨੂੰਨੀ ਤੌਰ 'ਤੇ ਪਾਬੰਦੀ ਲਗਾ ਦਿੱਤੀ। ਇਸਤਰੀਆਂ ਦੀ ਦਸ਼ਾ ਸੁਧਾਰਨ ਲਈ ਇਹਨਾਂ ਨੇ ਬਹੁਤ ਸਾਰੇ ਹੋਰ ਵੀ ਯਤਨ ਕੀਤੇ ਅਤੇ ਯੋਗਦਾਨ ਦਿੱਤਾ। ਅੰਤਰਜਾਤੀ ਵਿਆਹ ਕਰਾਉਣ ਦੀ ਪ੍ਰਵਾਨਗੀ ਕਦੋਂ ਦਿੱਤੀ ਗਈ? 1872 ਈਸਵੀ ਵਿੱਚ ਸਰਕਾਰ ਨੇ ਕਾਨੂੰਨ ਪਾਸ ਕਰਕੇ ਅੰਤਰਜਾਤੀ ਵਿਆਹ ਕਰਾਉਣ ਦੀ ਪ੍ਰਵਾਨਗੀ ਦੇ ਦਿੱਤੀ। ਦਾਜ ਪ੍ਰਥਾ ਕਦੋਂ ਖਤਮ ਕੀਤੀ ਗਈ? ਸਰਕਾਰ ਨੇ 1843 ਈਸਵੀ ਵਿੱਚ ਇੱਕ ਕਾਨੂੰਨ ਪਾਸ ਕਰਕੇ ਭਾਰਤ ਵਿੱਚ ਦਾਜ ਪ੍ਰਥਾ ਖਤਮ ਕਰ ਦਿੱਤੀ। ਖਾਲੀ ਥਾਵਾਂ ਭਰੋ। ਲਾਰਡ ਵਿਲੀਅਮ ਬੈਂਟਿਕ ਨੇ ਕਾਨੂੰਨ ਰਾਹੀਂ ਡੈਸ਼ 'ਤੇ ਪਾਬੰਦੀ ਲਗਾ ਦਿੱਤੀ। ਸਤੀ ਪ੍ਰਥਾ 'ਤੇ। ਸਤੀ ਪ੍ਰਥਾ ਕੀ ਹੁੰਦੀ ਬੱਚਿਓ? ਸਤੀ ਪ੍ਰਥਾ ਦਾ ਭਾਵ ਇਹ ਸੀ, ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਨੂੰ ਜਿੰਦਾ ਉਹਦੀ ਚਿਤਾ 'ਤੇ ਜਲਾ ਦਿੱਤਾ ਜਾਂਦਾ ਸੀ। ਉਹਨੂੰ ਸਤੀ ਪ੍ਰਥਾ ਕਿਹਾ ਜਾਂਦਾ ਹੈ। ਡੈਸ਼ ਈਸਵੀ ਵਿੱਚ ਵਿਧਵਾ ਪੁਨਰ ਵਿਆਹ ਨੂੰ ਕਾਨੂੰਨ ਦੁਆਰਾ ਮਾਨਤਾ ਦਿੱਤੀ ਗਈ। 1856 ਈਸਵੀ ਵਿੱਚ ਵਿਧਵਾ ਪੁਨਰ ਵਿਆਹ, ਜਿਹੜੀ ਔਰਤ ਵਿਧਵਾ ਹੋ ਜਾਂਦੀ ਸੀ, ਯਾਨੀ ਜਿਹਦਾ ਪਤੀ ਮਰ ਜਾਂਦਾ ਸੀ, ਸਮਾਜ ਵਿੱਚ ਉਹਨੂੰ ਵਿਆਹ ਕਰਾਉਣ ਦੀ ਆਜ਼ਾਦੀ ਨਹੀਂ ਸੀ, ਤਾਂ ਇੱਕ ਕਾਨੂੰਨ ਬਣਾ ਦਿੱਤਾ ਗਿਆ ਵੀ ਜੇ ਕੋਈ ਔਰਤ, ਵਿਧਵਾ ਔਰਤ ਚਾਹਵੇ ਤਾਂ ਉਹ ਆਪਣਾ ਵਿਆਹ ਕਰਵਾ ਸਕਦੀ ਹੈ। ਇਹ ਕਾਨੂੰਨ ਬਣਾ ਦਿੱਤਾ ਗਿਆ। ਵੁੱਡ ਡਿਸਪੈਚ ਵਿੱਚ ਡੈਸ਼ ਦੀ ਸਿੱਖਿਆ 'ਤੇ ਜ਼ੋਰ ਦਿੱਤਾ ਗਿਆ। ਇਸਤਰੀਆਂ ਦੀ, ਕਿਉਂਕਿ ਇਸਤਰੀਆਂ ਨੂੰ ਪੜ੍ਹਨ ਵਾਸਤੇ ਜਾਂ ਸਕੂਲਾਂ ਵਿੱਚ ਨਹੀਂ ਭੇਜਿਆ ਜਾਂਦਾ ਸੀ, ਤਾਂ ਵੁੱਡ ਡਿਸਪੈਚ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਇਸਤਰੀਆਂ ਨੂੰ ਵੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਸਹੀ ਜਾਂ ਗਲਤ 'ਤੇ ਚਿੰਨ੍ਹ ਲਗਾਓ। 1795 ਈਸਵੀ ਅਤੇ 1804 ਈਸਵੀ ਵਿੱਚ ਕਾਨੂੰਨ ਪਾਸ ਕਰਕੇ ਕੰਨਿਆ ਦੀ ਹੱਤਿਆ ਕਰਨ 'ਤੇ ਪਾਬੰਦੀ ਲਗਾ ਦਿੱਤੀ। ਸਹੀ ਹੈ। ਭਾਰਤੀ ਸਮਾਜ ਸੁਧਾਰਕਾਂ ਸਦਕਾ ਕਈ ਸਮਾਜ ਸੁਧਾਰਕ ਕਾਨੂੰਨ ਲਾਗੂ ਹੋਏ। ਇਹ ਵੀ ਠੀਕ ਆ। ਸੋ ਬੱਚੋ, ਇਹ ਅੱਜ ਦੀ ਡੇਲੀ ਡੋਜ਼ ਸੀ ਇਸਤਰੀਆਂ ਅਤੇ ਸੁਧਾਰ ਪਾਠ ਦੇ ਨਾਲ ਸੰਬੰਧਿਤ। ਅਤੇ ਹੁਣ ਕੁਝ ਪ੍ਰਸ਼ਨ ਐਸੇ ਆ ਜਿਹੜੇ ਆਪਾਂ ਪਹਿਲਾਂ ਪਾਠ ਪੜ੍ਹ ਚੁੱਕੇ ਹਾਂ, ਪਰ ਉਹ ਪ੍ਰਸ਼ਨ ਇੰਪੋਰਟੈਂਟ ਆ, ਉਹ ਸਾਡੇ ਲਈ ਸਾਨੂੰ ਪਤਾ ਹੋਣੇ ਚਾਹੀਦੇ ਆ ਅਤੇ ਅਸੀਂ ਉਹਨਾਂ ਨੂੰ ਨੋਟ ਵੀ ਕਰਨਾ ਆ। ਅਤੇ 3 ਪ੍ਰਸ਼ਨ ਨੇ, ਉਹ ਕਰਦੇ ਹਾਂ ਆਪਾਂ ਅੱਗੇ। ਪਹਿਲਾ ਪ੍ਰਸ਼ਨ ਆ
ਮਨੁੱਖੀ ਸਾਧਨਾਂ ਦਾ ਦੂਜੇ ਸਾਧਨਾਂ ਦੇ ਵਿਕਾਸ ਵਿੱਚ ਕੀ ਯੋਗਦਾਨ ਹੈ? ਕੁਦਰਤ ਦੁਆਰਾ ਪੈਦਾ ਕੀਤੇ ਗਏ ਸਾਰੇ ਜੀਵਾਂ ਵਿੱਚ ਮਨੁੱਖ ਨੂੰ ਸਰਵੋਤਮ ਪ੍ਰਾਣੀ ਦਾ ਖਿਤਾਬ ਮਿਲਿਆ ਹੈ। ਆਪਣੀ ਬੁੱਧੀ ਅਤੇ ਕੰਮ ਕਰਨ ਦੀ ਸ਼ਕਤੀ ਨਾਲ ਮਨੁੱਖ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਾਧਨ ਹੈ। ਹੋਰ ਸਾਰੇ ਸਾਧਨਾਂ ਦੀ ਵਰਤੋਂ ਵਿੱਚ ਮਨੁੱਖ ਦੀ ਯੋਗਤਾ ਦਾ ਵਡਮੁੱਲਾ ਯੋਗਦਾਨ ਹੈ। ਕਿਸੇ ਵੀ ਇਲਾਕੇ ਦੇ ਵਿਕਾਸ ਵਿੱਚ ਮਨੁੱਖੀ ਸਾਧਨ ਦੇ ਵਿਕਾਸ ਦੀ ਝਲਕ ਮਹਿਸੂਸ ਕੀਤੀ ਜਾ ਸਕਦੀ ਹੈ। ਜਾਪਾਨ ਦੇਸ਼ ਇੱਕ ਬਹੁਤ ਵੱਡੀ ਉਦਾਹਰਨ ਹੈ, ਜਿੱਥੇ ਬਾਕੀ ਸਾਧਨਾਂ ਦੀ ਘਾਟ ਜਾਂ ਅਣਹੋਂਦ ਹੁੰਦਿਆਂ ਹੋਇਆਂ ਵੀ ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ। ਬਾਕੀ ਸਾਰੇ ਸਾਧਨਾਂ ਦਾ ਵਿਕਾਸ ਅਧੂਰਾ ਹੀ ਰਹੇਗਾ ਜਦ ਤੱਕ ਮਨੁੱਖੀ ਸਾਧਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ। ਸਾਧਨਾਂ ਦੇ ਵਿਕਾਸ ਲਈ ਮਨੁੱਖ ਦੇ ਗੁਣ, ਸਮਰੱਥਾ, ਵਿੱਦਿਅਕ ਅਤੇ ਤਕਨੀਕੀ ਯੋਗਤਾ ਆਦਿ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਸੰਸਾਰ ਦੇ ਸਾਰੇ ਦੇਸ਼ ਹੀ ਆਪਣੇ ਮਨੁੱਖੀ ਸਾਧਨਾਂ ਦੇ ਸਹੀ ਵਿਕਾਸ ਵਿੱਚ ਜੁਟੇ ਹੋਏ ਹਨ ਤਾਂ ਕਿ ਉਹ ਹੋਰ ਸਾਧਨਾਂ ਦਾ ਉਚਿਤ ਵਿਕਾਸ ਕਰ ਸਕਣ। ਸੋ ਬੱਚੇ, ਮਨੁੱਖੀ ਸਾਧਨ ਕੀ ਹੈ? ਅਸੀਂ ਸਾਰੇ ਜਿੰਨੇ ਵੀ ਮਨੁੱਖ ਆ, ਇਨਸਾਨ ਆ, ਉਹ ਸਾਰੇ ਇੱਕ ਮਨੁੱਖੀ ਸਾਧਨ ਆ। ਦੇਖੋ, ਕੁਦਰਤੀ ਸਾਧਨ ਬਹੁਤ ਸਾਰੇ ਆ, ਹਵਾ, ਪਾਣੀ, ਧਰਤੀ ਹੇਠਲੇ ਖਣਿਜ ਪਦਾਰਥ। ਉਹਨਾਂ ਦੀ ਸਹੀ ਵਰਤੋਂ ਕਿਹਨੇ ਕਰਨੀ ਹੈ? ਮਨੁੱਖ ਨੇ ਕਰਨੀ ਹੈ। ਜੇ ਮਨੁੱਖ ਸਹੀ ਤਰ੍ਹਾਂ ਵਿਕਸਿਤ ਹੋਊਗਾ, ਪੜ੍ਹਿਆ ਲਿਖਿਆ ਹੋਊਗਾ, ਉਹਨੂੰ ਜਾਣਕਾਰੀ ਹੋਊਗੀ, ਤਾਂ ਉਹ ਉਹਨਾਂ ਸਾਧਨਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰਕੇ ਦੇਸ਼ ਨੂੰ ਤਰੱਕੀ ਦੇ ਰਸਤੇ 'ਤੇ ਲੈ ਕੇ ਜਾ ਸਕਦਾ। ਇਸ ਕਰਕੇ ਮਨੁੱਖੀ ਸਾਧਨ ਸਭ ਤੋਂ ਪਹਿਲਾਂ ਵਿਕਸਿਤ ਹੋਣੇ ਚਾਹੀਦੇ ਆ, ਫਿਰ ਹੀ ਜਿਹੜੇ ਆ ਬਾਕੀ ਸਾਧਨਾਂ ਦਾ ਵਿਕਾਸ ਹੋ ਸਕਦਾ ਹੈ। ਦੂਸਰਾ ਪ੍ਰਸ਼ਨ ਹੈ, ਲੈਪਸ ਦੀ ਨੀਤੀ ਕੀ ਸੀ? ਲਾਰਡ ਡਲਹੌਜ਼ੀ ਨੇ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾਉਣ ਲਈ ਲੈਪਸ ਦੀ ਨੀਤੀ ਅਪਣਾਈ। ਬੱਚਿਓ, ਲੈਪ ਸ਼ਬਦ ਇੰਗਲਿਸ਼ ਭਾਸ਼ਾ ਦਾ ਸ਼ਬਦ ਹੈ LAP। ਲੈਪ ਦਾ ਮਤਲਬ ਹੁੰਦਾ ਗੋਦ। ਉਸ ਤੋਂ ਬਣਿਆ ਲੈਪਸ ਦੀ ਨੀਤੀ। ਇਸ ਨੀਤੀ ਅਨੁਸਾਰ ਜਿਹੜੇ ਭਾਰਤੀ ਸ਼ਾਸਕਾਂ ਦੀ ਆਪਣੀ ਕੋਈ ਸੰਤਾਨ ਨਹੀਂ ਸੀ, ਉਹਨਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਅਜਿਹੇ ਸ਼ਾਸਕ ਦੀ ਮੌਤ ਪਿੱਛੋਂ ਉਸ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਜਾਂਦਾ ਸੀ। ਲਾਰਡ ਡਲਹੌਜ਼ੀ ਨੇ ਇਸ ਨੀਤੀ ਅਧੀਨ ਸਤਾਰਾ, ਸੰਬਲਪੁਰ, ਬਗਾਟ, ਉਦੈਪੁਰ, ਝਾਂਸੀ ਆਦਿ ਕਈ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ। ਤਾਂ ਲੈਪਸ ਦੀ ਨੀਤੀ ਕੀ ਸੀ ਬੱਚਿਓ? ਕਈ ਵਾਰੀ ਕੀ ਹੁੰਦਾ ਸੀ, ਕੋਈ ਰਾਜਾ ਜਿਹਦੀ ਆਪਣੀ ਸੰਤਾਨ ਨਹੀਂ ਹੁੰਦੀ ਸੀ, ਉਹ ਕਿਸੇ ਆਪਣੇ ਰਿਸ਼ਤੇਦਾਰ ਦੇ ਬੱਚੇ ਨੂੰ ਗੋਦ ਲੈ ਕੇ ਉਹਨੂੰ ਰਾਜਕੁਮਾਰ ਬਣਾ ਲੈਂਦਾ ਸੀ। ਪਰ ਅੰਗਰੇਜ਼ਾਂ ਨੇ ਇੱਕ ਐਸੀ ਨੀਤੀ ਲਾਗੂ ਕਰਤੀ ਵੀ ਕੋਈ ਵੀ ਰਾਜਾ ਜੇਕਰ ਉਹਦੀ ਆਪਣੀ ਸੰਤਾਨ ਨਹੀਂ ਹੈਗੀ ਤਾਂ ਉਹ ਕਿਸੇ ਦੀ ਸੰਤਾਨ ਨੂੰ ਗੋਦ ਨਹੀਂ ਲੈ ਸਕਦਾ। ਤਾਂ ਇਸ ਦਾ ਇਹ ਹੁੰਦਾ ਸੀਗਾ ਵੀ ਜਦੋਂ ਉਹ ਰਾਜਾ ਮਰ ਜਾਂਦਾ ਸੀਗਾ ਤਾਂ ਉਹਦੇ ਮਰਨ ਤੋਂ ਬਾਅਦ ਅੰਗਰੇਜ਼ ਉਹਦੇ ਰਾਜ 'ਤੇ ਆਪਣਾ ਅਧਿਕਾਰ ਕਰ ਲੈਂਦੇ ਸੀ। ਇਹ ਨੀਤੀ ਲਾਰਡ ਡਲਹੌਜ਼ੀ ਨੇ ਚਲਾਈ ਸੀ। ਤੀਸਰਾ ਪ੍ਰਸ਼ਨ ਹੈ, ਸ਼ਰਾਬਬੰਦੀ 'ਤੇ ਨੋਟ ਲਿਖੋ। ਸ਼ਰਾਬਬੰਦੀ, ਸ਼ਰਾਬ ਨੂੰ ਬੰਦ ਕਰਨਾ, ਸਿੱਧਾ ਇਹਦਾ ਅਰਥ ਹੈਗਾ ਕਾਨੂੰਨ ਦੁਆਰਾ ਦੇਸ਼ ਜਾਂ ਦੇਸ਼ ਦੇ ਕਿਸੇ ਪ੍ਰਾਂਤ ਵਿੱਚ ਸ਼ਰਾਬ ਦੀ ਖਰੀਦ, ਵੇਚ ਅਤੇ ਸ਼ਰਾਬ ਪੀਣ ਦੀ ਮਨਾਹੀ ਨੂੰ ਸ਼ਰਾਬਬੰਦੀ ਕਹਿੰਦੇ ਹਨ। ਇਸ ਕਾਨੂੰਨ ਦੀ ਉਲੰਘਣਾ ਕਰਨ 'ਤੇ ਸਜ਼ਾ ਦੀ ਵਿਵਸਥਾ ਹੁੰਦੀ ਹੈ। ਸ਼ਰਾਬਬੰਦੀ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ? ਸ਼ਰਾਬਬੰਦੀ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ। ਕਾਨੂੰਨ ਤੋੜਨ ਵਾਲੇ ਨੂੰ ਜੁਰਮਾਨੇ ਤੋਂ ਇਲਾਵਾ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਹੈ। ਸੋ ਇਹ ਹੈ ਸ਼ਰਾਬਬੰਦੀ। ਸਾਡੀ ਇਹ 6 ਅਕਤੂਬਰ ਦੀ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਸੀ। ਬੱਚਿਓ, ਪ੍ਰਸ਼ਨ ਉੱਤਰ ਕਾਪੀ 'ਤੇ ਨੋਟ ਕਰ ਲਿਓ, ਇੰਪੋਰਟੈਂਟ ਪ੍ਰਸ਼ਨ ਨੇ। ਧੰਨਵਾਦ।